GKU ਰੇਡੀਓ 90.4 ਤੇ ਪ੍ਰੋਗਰਾਮ ਹੈ ਸੰਵਾਦ ਤੇ ਮੈਂ ਤੁਹਾਡੇ ਨਾਲ ਬਣੀ ਹੈ ਮਨਪ੍ਰੀਤ ਪ੍ਰਾੜ। ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਕਲਾ ਇਨਸਾਨ ਨੂੰ ਸੰਪੂਰਨ ਬਣਾਉਂਦੀ ਹੈ ਤੇ ਕਲਾ ਦੇ ਬਿਨਾਂ ਇਨਸਾਨ ਅਧੂਰਾ ਹੁੰਦਾ ਹੈ ਤੇ ਇਸੇ ਹੀ ਵਿਸ਼ੇ ਨੂੰ ਧਿਆਨ ਵਿੱਚ ਰੱਖਦੇ ਅੱਜ ਅਸੀਂ ਸੰਵਾਦ ਕਰਨ ਜਾ ਰਹੇ ਹਾਂ ਡਾਕਟਰ ਸਤਨਾਮ ਸਿੰਘ ਜੱਸਲ, ਡੀਨ ਯੂਨੀਵਰਸਿਟੀ ਕਾਲਜ ਆਫ ਬੇਸਿਕ ਸਾਇੰਸ ਐਂਡ ਹਿਊਮੈਨਿਟੀ, ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ। ਸਰ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਬਹੁਤ ਬਹੁਤ ਮਿਹਰਬਾਨੀ ਸਰ। ਸਭ ਤੋਂ ਪਹਿਲਾਂ ਤਾਂ ਮੈਂ ਇਸ ਯੂਨੀਵਰਸਿਟੀ ਬਾਰੇ, ਇਸ ਕਾਲਜ ਬਾਰੇ ਤੁਹਾਡੇ ਤੋਂ ਜਾਣਨਾ ਚਾਹੂੰਗੀ, ਇਸ ਦੀ ਸਥਾਪਨਾ ਕਦੋਂ ਹੋਈ? ਬੜੀ ਖੁਸ਼ੀ ਦੀ ਗੱਲ ਹੈ ਕਿ ਮਨਪ੍ਰੀਤ ਤੁਸੀਂ ਜਦੋਂ ਆਪਣੀ ਗੱਲਬਾਤ ਸ਼ੁਰੂ ਕੀਤੀ ਤੇ ਇੱਕ ਬਹੁਤ ਹੀ ਸੰਜੀਦਾ ਤੁਸੀਂ ਜਿਹੜਾ ਸੰਵਾਦ ਬੋਲਿਆ ਔਰ ਉਸ ਸੰਵਾਦ ਨੇ ਮੈਨੂੰ ਥੋੜਾ ਭਾਵੁਕ ਵੀ ਕੀਤਾ ਕਿ ਜਿਹੜੀ ਕਲਾ ਔਰ ਕਲਾ ਇਨਸਾਨ ਦੀ ਇੱਕ ਬਹੁਤ ਹੀ ਜ਼ਰੂਰੀ ਲੋੜ ਵੀ ਹੁੰਦੀ ਹੈ। ਅਸੀਂ ਸਾਹਿਤ ਦੇ ਵਿੱਚ ਵੀ ਇਹ ਕਹਿੰਦੇ ਹਾਂ ਕਿ ਕਲਾ ਲਈ ਨਹੀਂ, ਕਲਾ ਸਮਾਜ ਲਈ ਹੋਣੀ ਚਾਹੀਦੀ ਹੈ। ਔਰ ਇਸ ਪ੍ਰਸੰਗ ਦੇ ਵਿੱਚ ਹੀ ਮੈਂ ਇਹ ਗੱਲ ਕਰਨੀ ਚਾਹੁੰਦਾ ਕਿ ਯੂਨੀਵਰਸਿਟੀ ਕਾਲਜ ਆਫ ਬੇਸਿਕ ਸਾਇੰਸਿਜ਼ ਐਂਡ ਹਿਊਮੈਨਿਟੀਜ਼ ਹੈ, ਇਹ 2012 ਦੇ ਵਿੱਚ ਸਥਾਪਿਤ ਹੋਇਆ ਸੀ ਔਰ ਇਸ ਕਾਲਜ ਨੂੰ 2012 ਦੇ ਵਿੱਚ ਹੀ ਜਿਹੜੀ ਮਾਨਤਾ ਦਿੱਤੀ ਗਈ ਸੀ ਔਰ ਇਸ ਦੇ ਵਿੱਚ ਵੱਖ-ਵੱਖ ਵਿਸ਼ਿਆਂ ਦੇ ਨਾਲ ਸੰਬੰਧਿਤ ਅਧਿਆਪਨ ਦਾ ਕਾਰਜ ਕਰਵਾਇਆ ਜਾਂਦਾ ਹੈ। ਨਾ ਕੇਵਲ ਅਧਿਆਪਨ ਦਾ ਕਾਰਜ, ਇਹ ਇਸ ਦੇ ਨਾਲ ਜਿਹੜਾ ਖੋਜ ਕਾਰਜ ਵੀ ਇਸ ਕਾਲਜ ਵੱਲੋਂ ਕਰਵਾਇਆ ਜਾਂਦਾ ਹੈ। ਜੇ ਮੈਂ ਗੱਲ ਕਰਾਂ ਇਸ ਕਾਲਜ ਦੇ ਵਿੱਚ ਭਾਸ਼ਾਵਾਂ ਦੇ ਵਿਸ਼ੇ ਦੇ ਨਾਲ ਸੰਬੰਧਿਤ ਅੰਗਰੇਜ਼ੀ, ਪੰਜਾਬੀ, ਹਿੰਦੀ, ਜਿੱਥੇ ਇਹ BA ਪੱਧਰ ਤੇ ਪੜ੍ਹਾਏ ਜਾਂਦੇ ਹਨ, ਉੱਥੇ ਨਾਲੋਂ ਨਾਲ ਇਹ ਪੋਸਟ ਗ੍ਰੈਜੂਏਟ ਪੱਧਰ ਤੇ ਵੀ ਇਹਨਾਂ ਦਾ ਅਧਿਆਪਨ ਕਰਵਾਇਆ ਜਾਂਦਾ ਹੈ। ਇਸ ਦੇ ਨਾਲ ਹੀ ਆਰਟਸ ਐਂਡ ਸੋਸ਼ਲ ਸਾਇੰਸਿਸ ਦੇ ਵਿੱਚ ਇਕਨੋਮਿਕਸ, ਹਿਸਟਰੀ, ਸੋਸ਼ੀਓਲੋਜੀ ਔਰ ਪੋਲੀਟੀਕਲ ਸਾਇੰਸ, ਇਹਨਾਂ 4 ਵਿਸ਼ਿਆਂ ਨੂੰ BA ਪੱਧਰ ਦੇ ਨਾਲ MA ਦੇ ਪੱਧਰ ਤੇ ਵੀ ਇਹਨਾਂ ਦਾ ਅਧਿਆਪਨ ਜਿਹੜਾ ਉਹ ਇੱਥੇ ਕਰਵਾਇਆ ਜਾਂਦਾ ਇਸ ਕਾਲਜ ਵੱਲੋਂ। ਔਰ ਇਸ ਦੇ ਨਾਲ ਹੀ 3 ਵਿਸ਼ੇ ਨੇ, ਫਿਜ਼ਿਕਸ, ਕੈਮਿਸਟਰੀ ਔਰ ਮੈਥਮੈਟਿਕਸ, ਔਰ ਜਿਨ੍ਹਾਂ ਦੇ BSc ਦੇ ਨਾਲ ਸਾਡੇ ਕੋਲ MSc ਮੈਥਮੈਟਿਕਸ, MSc ਕੈਮਿਸਟਰੀ, MSc ਫਿਜ਼ਿਕਸ ਦੀ ਵੀ ਜਿਹੜੀ ਹੈ ਉਹ ਪੜ੍ਹਾਈ ਕਰਵਾਈ ਜਾਂਦੀ ਹੈ। ਇਸ ਦੇ ਨਾਲ ਹੀ ਸਾਡੇ ਕੋਲ ਧਰਮ ਅਧਿਐਨ ਵਿਭਾਗ ਹੈ, ਉਸ ਦੀ ਵੀ BA ਦੇ ਪੱਧਰ ਤੇ ਵੀ ਔਰ MA ਦੇ ਪੱਧਰ ਤੇ ਵੀ ਸਾਡੀ ਜਿਹੜੀ ਹੈ ਉਹ ਪੜ੍ਹਾਈ ਦੀ ਵਿਵਸਥਾ ਹੈ। ਇਸ ਦੇ ਨਾਲ ਹੀ BLib ਸਾਇੰਸ ਔਰ MLib ਸਾਇੰਸ, ਡਿਪਲੋਮਾ ਲਾਇਬ੍ਰੇਰੀ ਸਾਇੰਸ ਔਰ ਇਹ ਵੀ ਸਾਡੇ ਇਸ ਕਾਲਜ ਵੱਲੋਂ ਚਲਾਏ ਗਏ ਹਨ। ਔਰ ਇਸ ਦੇ ਨਾਲ ਹੀ ਜੇ ਮੈਂ ਗੱਲ ਕਰਾਂ ਵਿਦਿਆਰਥੀਆਂ ਦੇ ਸਮੁੱਚੇ ਵਿਅਕਤਿਤਵ ਦੇ ਵਿਕਾਸ ਦੇ ਲਈ ਸੰਗੀਤ ਦੀ ਵੀ ਆਪਦੀ ਮਹੱਤਤਾ ਹੈ ਔਰ ਅਸੀਂ BA ਪੱਧਰ ਤੇ ਸੰਗੀਤ ਦਾ ਵਿਸ਼ਾ ਵੀ ਜਿਹੜਾ ਹੈ ਉਹ ਵਿਦਿਆਰਥੀਆਂ ਨੂੰ ਪੜ੍ਹਾਉਂਦੇ ਆ ਔਰ BA ਦੇ ਪੱਧਰ ਤੇ ਇਹ ਵਿਸ਼ਿਆਂ ਦੇ ਨਾਲ ਅਸੀਂ ਉਹਨਾਂ ਨੂੰ ਕੰਪਿਊਟਰ ਸਾਇੰਸ, ਫਿਜ਼ੀਕਲ ਐਜੂਕੇਸ਼ਨ, ਹੋਮ ਸਾਇੰਸ, ਇਹਨਾਂ ਵਿਸ਼ਿਆਂ ਦੇ ਵਿੱਚ ਵੀ ਅਸੀਂ ਬੱਚਿਆਂ ਦੇ ਵਿਅਕਤਿਤਵ ਦੇ ਵਿਕਾਸ ਹਿੱਤ ਉਹਨਾਂ ਦੇ ਬੁੱਧੀ ਦੇ ਜਿਹੜੇ ਨੇ ਪਾਸਾਰ ਕਰਨ ਦੇ ਲਈ ਅਸੀਂ ਇਹਨਾਂ ਵਿਸ਼ਿਆਂ ਦੀ ਵੀ ਪੜ੍ਹਾਈ ਕਰਦੇ ਹਾਂ। ਇਸ ਦੇ ਨਾਲ ਹੀ ਮੈਂ ਇੱਕ ਗੱਲ ਹੋਰ ਜਿਹੜੀ ਸਾਂਝੀ ਕਰਨੀ ਚਾਹੁੰਦਾ ਹਾਂ, ਉਹ ਇਹ ਹੈ ਕਿ ਨਾ ਕੇਵਲ ਇਹਨਾਂ ਦੇ ਅੰਡਰ ਗ੍ਰੈਜੂਏਟ ਲੈਵਲ ਤੇ ਅਸੀਂ ਇਹਨਾਂ ਵਿਸ਼ਿਆਂ ਨੂੰ ਜਾਂ ਪੋਸਟ ਗ੍ਰੈਜੂਏਟ ਪੱਧਰ ਤੇ ਇਹਨਾਂ ਵਿਸ਼ਿਆਂ ਨੂੰ ਪੜ੍ਹਾਉਂਦੇ ਆ, ਇਸ ਦੇ ਨਾਲ ਅਸੀਂ ਇਹ ਵੀ ਇੱਕ ਸੁਵਿਧਾ ਸਮਾਜ ਨੂੰ ਦਿੰਦੇ ਆ। ਹਿਊਮੈਨਿਟੀਜ਼ ਦੇ ਵਿੱਚ ਪੰਜਾਬੀ, ਹਿੰਦੀ, ਇੰਗਲਿਸ਼, ਹਿਸਟਰੀ, ਇਕਨੋਮਿਕਸ, ਪੋਲੀਟੀਕਲ ਸਾਇੰਸ, ਸੋਸ਼ੀਓਲੋਜੀ, ਰਿਲੀਜੀਅਸ ਸਟੱਡੀਜ਼ ਔਰ ਲਾਇਬ੍ਰੇਰੀ ਸਾਇੰਸ ਦੇ ਵਿੱਚ, ਬੇਸਿਕ ਸਾਇੰਸਿਸ ਦੇ ਵਿੱਚ ਫਿਜ਼ਿਕਸ, ਕੈਮਿਸਟਰੀ ਤੇ ਮੈਥਮੈਟਿਕਸ ਦੇ ਵਿੱਚ ਅਸੀਂ ਜਿਹੜੇ PhD ਕਰਵਾਉਂਦੇ ਆ। ਔਰ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਕੋਲ ਜਿਹੜੇ ਬੱਚੇ ਇੱਥੋਂ PhD ਕਰਕੇ ਗਏ ਨੇ, ਉਹ ਵੱਖ-ਵੱਖ ਸੰਸਥਾਵਾਂ ਦੇ ਵਿੱਚ, ਚਾਹੇ ਉਹ ਸਰਕਾਰੀ ਕਾਲਜਿਸ ਨੇ ਜਾਂ ਏਡਡ ਕਾਲਜਿਸ ਨੇ ਜਾਂ ਸੈਲਫ ਫਾਈਨਾਂਸਿੰਗ ਕਾਲਜਿਸ ਨੇ, ਉਹਨਾਂ ਦੇ ਵਿੱਚ ਉਹ ਆਪਣੀਆਂ ਜਿਹੜੀਆਂ ਅਧਿਆਪਨ ਦੀਆਂ ਸੇਵਾਵਾਂ ਨਿਭਾ ਰਹੇ ਨੇ। ਔਰ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਇਹ ਦੱਸਣ ਦੇ ਵਿੱਚ ਕਿ ਬਹੁਤ ਸਾਰੇ ਕਾਲਜਿਸ ਦੇ ਵਿੱਚ ਸਾਡੇ ਜਿਹੜੇ ਵਿਦਿਆਰਥੀ ਨੇ ਉਹ PhD ਦੀ
ਡਿਗਰੀ ਹਾਸਲ ਕਰਨ ਉਪਰੰਤ ਜਿਹੜੀਆਂ ਪ੍ਰਿੰਸੀਪਲ ਦੀਆਂ ਸ਼ਰਤਾਂ ਨੇ ਉਹਨਾਂ ਦੀ ਪੂਰਤੀ ਕਰਦੇ ਆ, ਉਹ ਪ੍ਰਿੰਸੀਪਲ ਦੀ ਜ਼ਿੰਮੇਵਾਰੀ ਨਿਭਾ ਰਹੇ ਨੇ। ਸੋ ਇਹ ਜਿਹੜੇ ਮੁੱਢਲੀ ਜਾਣਕਾਰੀ ਹੈ ਇਹ ਤੁਹਾਡੇ ਉਸ ਸਵਾਲ ਦੀ ਕਿ ਅਸੀਂ ਕਲਾ ਲਈ ਨਹੀਂ, ਕਲਾ ਸਮਾਜ ਦੇ ਲਈ, ਔਰ ਸਾਡਾ ਜਿਹੜੀ ਅਧਿਆਪਨ ਕਲਾ ਹੈ ਉਹ ਅਸੀਂ ਸਮਾਜ ਦੀ ਬਿਹਤਰੀ ਵਾਸਤੇ ਵਰਤ ਰਹੇ। ਸਰ, ਜਿਵੇਂ ਤੁਸੀਂ ਵੱਖ-ਵੱਖ ਕੋਰਸਾਂ ਦੀ ਗੱਲ ਕੀਤੀ, BA, MA ਵੀ ਅਲੱਗ-ਅਲੱਗ ਵਿਸ਼ਿਆਂ ਦੀ ਗੱਲ ਕੀਤੀ, ਇਹ ਜਿਹੜੇ ਵਿਸ਼ੇ ਹੈ ਇਹਨਾਂ ਦੇ ਵਿੱਚ MA ਜਾਂ BA ਦੇ ਜਿਹੜੇ ਵਿਸ਼ੇ ਇਹ ਕਦੋਂ ਸ਼ੁਰੂ ਕੀਤੇ ਗਏ? ਜਿੱਥੋਂ ਤੱਕ ਮਨਪ੍ਰੀਤ ਤੁਸੀਂ ਇਹ ਸਵਾਲ ਪੈਦਾ ਕੀਤਾ ਕਿ ਇਹ ਕਦੋਂ ਸ਼ੁਰੂ ਕੀਤੇ ਗਏ, ਬੈਚਲਰ ਆਫ ਆਰਟਸ ਜਿਹੜੀ ਹੈ 2012 ਚ ਸ਼ੁਰੂ ਹੋ ਗਈ ਸੀ, ਔਰ ਮਾਸਟਰ ਆਫ ਆਰਟਸ ਇਨ ਪੰਜਾਬੀ 2012 ਚ ਸ਼ੁਰੂ ਹੋ ਗਈ ਸੀ, ਮਾਸਟਰ ਆਫ ਆਰਟਸ ਇਨ ਹਿਸਟਰੀ 2012 ਚ, ਔਰ ਪੋਲੀਟੀਕਲ ਸਾਇੰਸ 2013 ਚ, ਇਕਨੋਮਿਕਸ MA ਦੇ ਵਿੱਚ 2014 ਸ਼ੁਰੂ ਹੋਈ, ਔਰ MA ਹਿੰਦੀ 2014 ਚ ਸ਼ੁਰੂ ਹੋਈ, MA ਸੋਸ਼ੀਓਲੋਜੀ ਵੀ 2014 ਚ ਸ਼ੁਰੂ ਹੋਈ, ਔਰ MA ਇੰਗਲਿਸ਼ 2014 ਸ਼ੁਰੂ ਹੋਈ, ਔਰ ਜਦੋਂ ਬੇਸਿਕ ਸਾਇੰਸ ਜਿਹੜਾ ਹੈ ਉਹ ਫੈਲ ਰਿਹਾ ਸੀ ਫਿਰ BSc ਨਾਨ ਮੈਡੀਕਲ 2014 ਚ ਸ਼ੁਰੂ ਹੋਇਆ, ਔਰ MSc ਕੈਮਿਸਟਰੀ, ਫਿਜ਼ਿਕਸ ਔਰ ਮੈਥਮੈਟਿਕਸ ਇਹ 2015 ਚ ਸ਼ੁਰੂ ਹੋਇਆ। ਔਰ ਕਿਉਂਕਿ ਅਸੀਂ BA ਦੇ ਵਿੱਚ ਵੀ ਜਿਹੜਾ ਫਾਈਨ ਆਰਟਸ ਜਾਂ ਫੈਸ਼ਨ ਦੇ ਵਿਸ਼ੇ ਦੀ ਰੱਖੀ ਹੋਈ ਹੈ ਸੁਵਿਧਾ, ਔਰ ਇਸ ਲਈ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਜਿਹੜੀ ਬੈਚਲਰ ਆਫ ਸਾਇੰਸ ਇਨ ਫੈਸ਼ਨ ਟੈਕਨੋਲੋਜੀ ਹੈ ਉਹ 2016 ਚ ਸ਼ੁਰੂ ਹੋ ਗਈ ਸੀ, ਔਰ ਪੋਸਟ ਗ੍ਰੈਜੂਏਟ ਡਿਪਲੋਮਾ ਇਨ ਫੈਸ਼ਨ 2016 ਚ ਸ਼ੁਰੂ ਹੋ ਗਿਆ ਸੀ, ਔਰ ਮਾਸਟਰ ਆਫ ਸਾਇੰਸ ਇਨ ਫੈਸ਼ਨ ਟੈਕਨੋਲੋਜੀ 2017 ਚ ਸ਼ੁਰੂ ਹੋ ਗਿਆ ਸੀ, ਔਰ ਮਾਸਟਰ ਆਫ ਫਾਈਨ ਆਰਟਸ 2017 ਚ, ਔਰ ਬੈਚਲਰ ਆਫ ਫਾਈਨ ਆਰਟਸ ਪੇਂਟਿੰਗ 2018 ਚ, ਪੋਸਟ ਗ੍ਰੈਜੂਏਟ ਡਿਪਲੋਮਾ ਇਨ ਕਾਸਮੈਟੋਲੋਜੀ 2020 ਚ, ਔਰ ਇਸੇ ਤਰ੍ਹਾਂ ਹੀ ਜਿਹੜਾ D.Litt ਸਾਇੰਸ ਔਰ ਡਿਪਲੋਮਾ ਲੈਵਲ ਦੀ ਸਾਇੰਸ, M.Litt ਸਾਇੰਸ, ਉਹ ਵੀ ਜਿਹੜੇ ਨੇ ਜਦੋਂ ਗ੍ਰੈਜੂਏਸ਼ਨ ਤੇ MA ਦੀਆਂ ਕਲਾਸਾਂ ਸ਼ੁਰੂ ਹੋਈਆਂ ਉਹਦੇ ਨਾਲ ਹੀ ਉਹ ਸ਼ੁਰੂ ਹੋ ਗਿਆ ਸੀ। 2016-17 ਚ ਸਾਡੇ ਕੋਲ 33 ਪ੍ਰੋਗਰਾਮ ਚੱਲਦੇ ਸੀ, ਔਰ 2017-18 ਦੇ ਵਿੱਚ 36 ਪ੍ਰੋਗਰਾਮ, 18-19 ਦੇ ਵਿੱਚ 38 ਪ੍ਰੋਗਰਾਮ, 2019-20 ਦੇ ਵਿੱਚ 22, 20-21 ਦੇ ਵਿੱਚ 23, ਇਸੇ ਤਰ੍ਹਾਂ 22-23 ਦੇ ਵਿੱਚ ਵੀ 23 ਪ੍ਰੋਗਰਾਮ ਚੱਲਦੇ ਰਹੇ, ਜਿਨ੍ਹਾਂ ਅਧੀਨ ਅਸੀਂ BA, BSc, MA, MSc ਜਾਂ D.Litt ਸਾਇੰਸ ਆਦਿ ਦੀਆਂ ਡਿਗਰੀਆਂ ਦਿੰਦੇ ਰਹੇ। ਸਰ, ਅੱਗੇ ਜੇ ਗੱਲ ਅਸੀਂ ਸਾਡੇ ਸੱਭਿਅਤਾ ਦੀ ਕਰੀਏ, ਜਿਵੇਂ ਅਸੀਂ ਕਹਿੰਦੇ ਹਾਂ ਕੁਝ ਗੱਲਾਂ ਜਿਹੜੀਆਂ ਜਾਂ ਸਾਡੇ ਵਿਰਸੇ ਦੇ ਨਾਲ ਜਿਹੜੀਆਂ ਜੁੜੀਆਂ ਉਹ ਅਲੋਪ ਹੋ ਰਹੀਆਂ, ਤੇ ਉੱਥੇ ਇੱਕ ਗੁਰਮਤਿ ਸੰਗੀਤ ਦੀ ਵੀ ਗੱਲ ਆਉਂਦੀ ਹੈ, ਸੋ ਉਹਦੇ ਬਾਰੇ ਫਿਰ ਯੂਨੀਵਰਸਿਟੀ ਵੱਲੋਂ ਕੀ ਉਪਰਾਲੇ ਕੀਤੇ ਜਾਂਦੇ ਆ? ਹੁਣ ਜਿਹੜਾ ਤੁਸੀਂ ਇਹ ਸਵਾਲ ਕੀਤਾ ਹੈ, ਇਸ ਦੇ ਨਾਲ ਨਾਲ ਤੁਸੀਂ ਹੋਰ ਵੀ ਕੀ ਜਿਹੜੀ ਆ ਇਸ ਖੇਤਰ ਦੇ ਵਿੱਚ ਜਾਂ MA, PhD ਤੋਂ ਇਲਾਵਾ, ਮੈਨੂੰ ਇਹ ਦੱਸਣ ਦੇ ਵਿੱਚ ਬੜੀ ਖੁਸ਼ੀ ਹੋ ਰਹੀ ਹੈ ਕਿ ਬੇਸਿਕ ਸਾਇੰਸਿਸ ਡਿਪਾਰਟਮੈਂਟ ਦੇ ਵਿੱਚ ਅਸੀਂ ਭਾਈ ਮਰਦਾਨਾ ਚੇਅਰ ਵੀ ਸਥਾਪਿਤ ਕੀਤੀ ਹੈ, ਔਰ ਇਸ ਭਾਈ ਮਰਦਾਨਾ ਚੇਅਰ ਦੇ ਵਿੱਚ ਉਹਦੇ ਨਾਲ ਅਸੀਂ ਗੁਰਮਤਿ ਸੰਗੀਤ ਨੂੰ ਵੀ ਜੋੜਿਆ ਹੋਇਆ ਹੈ, ਔਰ ਮੈਨੂੰ ਇਹ ਦੱਸਣ ਦੇ ਵਿੱਚ ਬੜੀ ਖੁਸ਼ੀ ਹੋ ਰਹੀ ਹੈ ਕਿ ਗੁਰਮਤਿ ਸੰਗੀਤ ਦੇ ਨਾਲ ਅਸੀਂ ਲੁਧਿਆਣੇ ਦੀ ਇੱਕ ਸੰਸਥਾ ਦਾ, ਔਰ ਜਿਹੜੇ ਸਾਡੇ ਪੰਜਾਬੀ ਯੂਨੀਵਰਸਿਟੀ ਤੋਂ ਡਾਕਟਰ ਗੁਰਨਾਮ ਸਿੰਘ ਜਿਹੜੇ ਡੀਨ ਅਕਾਦਮਿਕ ਰਹੇ ਨੇ, ਜਿਹੜੇ ਉੱਥੋਂ ਦੇ ਗੁਰਮਤਿ ਸੰਗੀਤ ਦੇ ਮੁਖੀ ਵੀ ਰਹੇ ਨੇ, ਡੀਨ ਰਹੇ ਨੇ, ਅਸੀਂ ਉਹਨਾਂ ਦੀਆਂ ਸੇਵਾਵਾਂ ਵੀ ਨਾਲ ਲੈ ਰਹੇ ਹਾਂ, ਔਰ ਸਾਡੇ ਕੋਲ ਅਸਿਸਟੈਂਟ ਪ੍ਰੋਫੈਸਰ ਨੇ ਸਲੀਮ ਮੁਹੰਮਦ ਜੀ, ਉਹ ਗੁਰਮਤਿ ਸੰਗੀਤ ਦੇ ਵਿੱਚ ਆਪਣੇ ਇੱਕ ਯੋਗ
ਭਗਵਾਨ ਧਰਮ ਅਧਿਐਨ ਵਿਭਾਗ ਦੇ ਮੁਖੀ ਨੇ ਡਾਕਟਰ ਗੁਰਜੀਤ ਸਿੰਘ ਖਾਲਸਾ ਜੀ, ਉਹ ਸੇਵਾ ਨਿਭਾ ਰਹੇ ਨੇ ਔਰ ਉਹਨਾਂ ਦਾ ਮਿਸ਼ਨ ਹੈ ਕਿ ਭਾਈ ਮਰਦਾਨਾ ਜੀ ਆਪਣੇ ਬਾਣੀ ਹੈ, ਉਸ ਬਾਣੀ ਦਾ ਨਿੱਠ ਕੇ ਅਧਿਐਨ ਕੀਤਾ ਜਾਵੇ। ਉਸ ਸੰਬੰਧੀ ਅਸੀਂ ਸਾਡੀ ਯੋਜਨਾ ਹੈ ਕਿ ਅਸੀਂ ਜਿੱਥੇ ਜਿੱਥੇ ਭਾਈ ਮਰਦਾਨਾ ਜੀ ਗਏ ਨੇ ਔਰ ਉਹਨਾਂ ਦੀ ਜਿਹੜੀ ਬਾਣੀ ਹੈ ਜਾਂ ਜਿਹੜਾ ਉਹਨਾਂ ਦੇ ਸੰਗੀਤ ਨਾਲ ਜਿਹੜਾ ਉਹਨਾਂ ਦਾ ਕੀਤਾ ਗਿਆ ਉਦਮ ਹੈ, ਉਸ ਬਾਰੇ ਨਿੱਠ ਕੇ ਜਿਹੜੀ ਉਹ ਖੋਜ ਕੀਤੀ ਜਾਵੇ ਔਰ ਜਿਹੜੀਆਂ ਫਾਈਂਡਿੰਗਸ ਹੋਣਗੀਆਂ, ਜੋ ਸਿੱਟੇ ਹੋਣਗੇ, ਜਿਹੜੇ ਕਿ ਨਵੇਂ ਤੇ ਨਿਵੇਕਲੇ ਹੋਣਗੇ, ਉਹ ਅਸੀਂ ਜਿਹੜੇ ਸਮਾਜ ਨੂੰ ਕੁਝ ਦੱਸ ਸਕੀਏ। ਅਸੀਂ ਇਹ ਭਾਈ ਮਰਦਾਨਾ ਚੇਅਰ ਜਿਹੜੀ ਹੈ ਉਹ ਆਪਣੇ ਆਪ ਦੇ ਵਿੱਚ ਇੱਕ ਵੱਡੀ ਜਿਹੜੀ ਉਹ ਭੂਮਿਕਾ ਨਿਭਾਏਗੀ, ਇਹ ਸਾਡੀ ਆਸ ਵੀ ਹੈ। ਜਿਹੜੇ ਸਾਡੇ ਪੰਜਾਬ ਦੇ ਵਿਦਿਆਰਥੀ ਹੈਗੇ, ਉਹਨਾਂ ਦਾ ਰੁਝਾਨ ਹੈ ਜਿਹੜਾ ਪ੍ਰਵਾਸ ਵੱਲ ਜ਼ਿਆਦਾ ਹੋ ਰਿਹਾ, ਉਹ ਬਾਹਰ ਜਾ ਕੇ ਸੈਟਲ ਹੋਣਾ ਚਾਹੁੰਦੇ ਆ। ਸੋ ਜੇ ਕਾਲਜ ਦੀ ਗੱਲ ਕਰੀਏ 2012 ਤੋਂ ਲੈ ਕੇ ਹੁਣ ਤੱਕ ਦੀ, ਜੇ ਇਹਦੇ ਵਿੱਚ ਕਿੰਨਾ ਕੁ ਉਤਰਾਅ ਚੜ੍ਹਾਅ ਆਇਆ ਵਿਦਿਆਰਥੀਆਂ ਦੀ ਗਿਣਤੀ ਦੇ ਵਿੱਚ? ਮਨਪ੍ਰੀਤ, ਤੁਸੀਂ ਇੱਕ ਬੜਾ ਅੱਛਾ ਸਵਾਲ ਕੀਤਾ ਹੈ। ਜਿਹੜਾ ਸਾਡੇ ਜਿਹੜੇ ਵਿਦਿਆਰਥੀ ਨੇ ਉਹ ਯੂਨੀਵਰਸਿਟੀ ਕਾਲਜ ਆਫ ਬੇਸਿਕ ਸਾਇੰਸਿਸ ਵਿੱਚ ਉਹਨਾਂ ਦੀ ਕੀ ਸਥਿਤੀ ਰਹੀ ਹੈ। ਜਦੋਂ ਜਿਵੇਂ ਤੁਸੀਂ ਇਹ ਗੱਲ ਕੀਤੀ ਸੀ ਪ੍ਰਵਾਸ ਦੀ, ਤਾਂ ਮੈਂ ਇਸ ਪੱਖੋਂ ਇੱਕ ਜਿਹੜੀ ਚਿੰਤਾ ਜ਼ਾਹਰ ਕਰ ਰਿਹਾ ਕਿ ਇਹ ਠੀਕ ਹੈ ਕਿ ਜਿਹੜਾ ਪਹਿਲਾਂ ਪ੍ਰਵਾਸ ਹੁੰਦਾ ਸੀ, ਲੋਕ ਸ਼ਿਪਾਂ ਰਾਹੀਂ ਵੀ ਗਏ, ਹੁਣ ਜਹਾਜ਼ਾਂ ਰਾਹੀਂ ਜਾ ਰਹੇ ਨੇ। ਪਹਿਲਾਂ ਜਿਹੜਾ ਪ੍ਰਵਾਸ ਕਰਦੇ ਸੀ ਲੋਕ, ਉਹ ਇਸ ਕਰਕੇ ਕਰਦੇ ਸੀ ਕਿ ਉਹ ਬਾਹਰਲੇ ਦੇਸ਼ਾਂ ਦੇ ਵਿੱਚ ਕਮਾਈ ਦੇ ਲਈ ਜਾਂਦੇ ਸੀ ਤੇ ਉਹ ਪੈਸਾ ਫਿਰ ਇੱਥੇ ਭੇਜਦੇ। ਪਰ ਹੁਣ ਜਿਹੜੇ ਪ੍ਰਵਾਸ ਕਰ ਰਹੇ ਲੋਕ ਨੇ, ਉਹ ਸਥਿਤੀ ਉਲਟ ਹੋ ਗਈ। ਇਸ ਵੇਲੇ ਕੋਈ 150 ਦੇਸ਼ਾਂ ਦੇ ਵਿੱਚ ਸਾਡੇ ਪੰਜਾਬੀ ਗਏ ਹੋਏ ਨੇ। ਹੁਣ ਜਿਹੜੇ ਨੇ, ਬੜੀ ਚਿੰਤਾ ਦੀ ਗੱਲ ਇਹ ਹੈ ਕਿ ਜਾਂ ਬੜੀ ਇੱਕ ਗੰਭੀਰ ਸੰਜੀਦਾ ਮੁੱਦਾ ਇਹ ਹੈ ਕਿ ਪਹਿਲਾਂ ਉਹ ਪੈਸਾ ਕਮਾਉਂਦੇ ਸੀ ਤੇ ਪੈਸਾ ਪੰਜਾਬ ਦੇ ਵੱਲ ਆਉਂਦਾ, ਪਰ ਹੁਣ ਸਥਿਤੀ ਉਲਟ ਹੋ ਗਈ। ਹੁਣ ਵਿਦਿਆਰਥੀ ਜਾਂਦੇ ਨੇ ਔਰ ਸਾਡਾ ਪੈਸਾ ਵੀ ਸਾਡੀ ਇੱਥੋਂ ਦੇ ਨਾਲ, ਜੇ ਮੈਂ ਕਹਿੰਦਾ ਬ੍ਰੇਨ ਡਰੇਨ ਦੀ ਗੱਲ ਕਰ ਲਿਆ, ਕਿ ਅਰਬਾਂ ਰੁਪਈਆ ਸਾਡਾ ਬਾਹਰ ਚਲਿਆ ਗਿਆ। ਹੁਣ ਜਿਹੜਾ ਇੱਥੋਂ ਸਾਡੀ ਜਵਾਨੀ ਉੱਥੇ ਚਲੀ ਗਈ, ਸਾਡੇ ਵਿਦਿਆਰਥੀ ਉੱਥੇ ਚਲੇ ਗਏ, ਸਾਡੇ ਜਿਹੜੇ ਦਿਮਾਗ ਉੱਥੇ ਚਲੇ ਗਏ, ਉਹ ਇੱਧਰ ਨੂੰ ਮੁੜਨ ਦਾ ਤਾਂ ਨਾਂ ਹੀ ਨਹੀਂ ਲੈ ਰਹੇ। ਉਹ ਤਾਂ ਉੱਥੇ ਜਾ ਕੇ ਜਿਹੜੀ ਉੱਥੋਂ ਦੇ ਆਰਥਿਕ ਵਿਕਾਸ ਦੇ ਵਿੱਚ ਆਪਣੀ ਭੂਮਿਕਾ ਨਿਭਾਉਣ ਲੱਗ ਪਏ, ਜਿਹੜੀ ਕਿ ਉਹਨਾਂ ਨੂੰ ਇੱਥੇ ਭੂਮਿਕਾ ਨਿਭਾਉਣੀ ਚਾਹੀਦੀ। ਔਰ ਫਿਰ ਵੀ ਕਿਉਂਕਿ ਇਹ ਜਿਹੜਾ ਪਿਛਲੇ 4-5 ਸਾਲ ਤੋਂ ਜੇ ਇਹ ਰੁਝਾਨ ਬਣਿਆ ਕਿ ਬਾਹਰ ਜਾਣ ਦਾ, ਬਾਹਰ ਦੀ ਪੜ੍ਹਾਈ ਕਰਨ ਦਾ, ਪਰ ਇਸ ਪ੍ਰਸੰਗ ਦੇ ਵਿੱਚ ਜੇ ਮੈਂ 2012 ਚ ਨਾ ਜਾਣਦਾ ਹੋਇਆ, ਮੈਂ 2016-17 ਦੀ ਗੱਲ ਕਰਾਂ, ਸਾਡੇ ਕਾਲਜ ਦੇ ਵਿੱਚ 761 ਵਿਦਿਆਰਥੀ ਸੀ। ਫਿਰ 17-18 ਦੇ ਵਿੱਚ 460 ਵਿਦਿਆਰਥੀ ਸੀ। 2018-19 ਦੇ ਵਿੱਚ 399 ਵਿਦਿਆਰਥੀ ਸੀ। 2019-20 ਦੇ ਵਿੱਚ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਕੋਵਿਡ ਦੀ ਗੱਲ ਸੀ, ਕੁਝ ਵਿਦਿਆਰਥੀ ਜਿਹੜੇ ਨੇ ਘਟੇ, 361 ਰਹਿ ਗਏ। ਫਿਰ 2021 ਦੇ ਵਿੱਚ 522 ਜਿਹੜੇ ਸਾਡੇ ਵਿਦਿਆਰਥੀ ਸੀ। ਔਰ ਇਹਨਾਂ ਦੇ ਨਾਲ ਹੀ ਮੈਂ ਇੱਕ ਗੱਲ ਹੋਰ ਵੀ ਦੱਸਣੀ ਚਾਹੁੰਦਾ ਕਿ ਜਿਸ ਤਰ੍ਹਾਂ ਸਾਡਾ ਜਿਹੜਾ ਗੁਰਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਦਾ ਜਿਹੜਾ ਭੂਗੋਲਿਕ ਸਥਿਤੀ ਹੈ ਉਹ ਗ੍ਰਾਮੀਣ ਸੰਸਕ੍ਰਿਤੀ ਵਾਲੀ ਹੈ। ਸਾਡੇ ਕੋਲੇ 52% ਦੇ ਵਿਦਿਆਰਥੀ ਜਿਹੜੇ ਨੇ ਉਹ ਮੇਲ ਨੇ ਔਰ 48% ਜਿਹੜੇ ਵਿਦਿਆਰਥੀ ਉਹ ਫੀਮੇਲ ਨੇ। ਔਰ ਇਸ ਦੇ ਨਾਲ ਹੀ ਇੱਕ ਗੱਲ ਮੈਂ ਹੋਰ ਵੀ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਕਿ ਸਾਡੇ ਕੋਲੇ ਨਾ ਕੇਵਲ ਪੰਜਾਬ ਦੇ, ਸਾਡੇ ਕੋਲ ਹਰਿਆਣਾ, ਰਾਜਸਥਾਨ, ਜੰਮੂ ਐਂਡ ਕਸ਼ਮੀਰ ਦੇ ਔਰ ਇਸ ਦੇ ਨਾਲ ਹੀ ਜਿਹੜੇ PhD ਦੇ ਖੇਤਰ ਦੇ ਵਿੱਚ ਜ਼ਿੰਬਾਬਵੇ, ਇਥੋਪੀਆ, ਬੰਗਲਾਦੇਸ਼ ਦੇ ਵੀ ਜਿਹੜੇ ਵਿਦਿਆਰਥੀ ਉਹ PhD ਕਰਨ ਆਉਂਦੇ ਨੇ। ਇਸ ਤਰ੍ਹਾਂ ਜਿਹੜਾ ਸਾਡਾ ਯੂਨੀਵਰਸਿਟੀ ਕਾਲਜ ਆਫ ਬੇਸਿਕ ਸਾਇੰਸਿਸ ਦਾ ਘੇਰਾ ਹੈ ਉਹ ਨਾ ਕੇਵਲ ਇੱਥੇ ਕੱਲੀ ਤਲਵੰਡੀ ਸਾਬੋ ਤੱਕ ਸੀਮਿਤ ਹੈ। ਸਾਡਾ ਜਿਹੜਾ ਅਧਿਆਪਨ ਕਾਰਜ ਹੈ ਜਾਂ ਸਾਡੀ ਇੱਥੋਂ ਦੀ ਜਿਹੜੀ ਖੋਜ ਹੈ ਉਸ ਨੇ ਆਪਣੇ ਪੰਜਾਬ ਦੇ ਨਾਲ ਨਾਲ ਹਰਿਆਣਾ, ਰਾਜਸਥਾਨ, JNK, ਹਿਮਾਚਲ ਔਰ ਬਾਹਰ ਜ਼ਿੰਬਾਬਵੇ, ਇਥੋਪੀਆ, ਬੰਗਲਾਦੇਸ਼, ਉਹਨਾਂ ਥਾਵਾਂ ਦੇ ਉੱਤੇ ਵੀ ਸਾਡੇ ਜਿਹੜਾ ਅਧਿਆਪਨ ਕਾਰਜ ਹੈ ਉਸ ਨੇ ਆਪਣੀ ਉੱਥੇ ਤੱਕ ਛਾਪ ਛੱਡੀ ਹੈ, ਜਿਸ ਕਰਕੇ ਸਾਡੇ ਕੋਲੇ ਜਿਹੜੇ ਵਿਦਿਆਰਥੀ
ਤੁਹਾਡੇ ਨਾਲ ਮਨਪ੍ਰੀਤ ਸਾਂਝੀ ਕਰਨੀ ਚਾਹੁੰਦਾ ਕਿ ਅਸੀਂ ਜਦੋਂ ਅਧਿਆਪਨ ਦਾ ਸਾਡਾ ਜਿਹੜਾ ਕਾਰਜ ਚੱਲਦਾ ਹੈ ਤੇ ਉਸ ਦੇ ਵਿੱਚ ਅਸੀਂ ਵਿਦਿਆਰਥੀਆਂ ਨੂੰ ਜਿਹੜੀ ਨੈਟ ਦੇ ਲਈ ਜਾਂ ਕੰਪੀਟੀਟਿਵ ਐਗਜ਼ਾਮ ਦੇ ਲਈ ਅਸੀਂ ਉਹਨਾਂ ਨੂੰ ਪ੍ਰੇਰਿਤ ਕਰਦੇ ਹਾਂ ਔਰ ਜਿਹੜੇ ਉਹਨਾਂ ਨੂੰ ਇਸ ਤਰ੍ਹਾਂ ਦੇ ਪ੍ਰੋਜੈਕਟਾਂ ਵੱਲ ਪ੍ਰੇਰਿਤ ਕਰਦੇ ਹਾਂ ਕਿ ਉਹ ਇਸ ਤਰ੍ਹਾਂ ਦੇ ਪ੍ਰੋਜੈਕਟ ਕਰਨ ਕਿ ਜਿਨ੍ਹਾਂ ਦੇ ਨਾਲ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਵੀ ਪਰਿਵਰਤਨ ਆਵੇ। ਸਾਡਾ ਜਿਹੜਾ ਅਧਿਆਪਨ ਕਾਰਜ ਹੈ ਉਹ ਇਕੱਲਾ ਅਧਿਆਪਨ ਕਿਤਾਬਾਂ ਦੇ ਨਾਲ ਨਹੀਂ, ਸਾਡੀ ਜਿਹੜੀ ਆਊਟਰੀਚ ਪ੍ਰੋਗਰਾਮਸ ਨੇ ਉਹ ਕਮਿਊਨਿਟੀ ਦੇ ਨਾਲ ਵੀ ਜੁੜੇ ਹੋਏ ਔਰ ਅਸੀਂ ਉਹਨਾਂ ਨੂੰ ਉਹ ਪ੍ਰਵੀਨਤਾ ਜਾਂ ਸਕਿੱਲ ਵੀ ਉਹਨਾਂ ਨੂੰ ਸਿਖਾਉਂਦੇ ਆ। ਉਹਨਾਂ ਨੇ ਕਿਵੇਂ ਸਮਾਜ ਦੀ ਸੇਵਾ ਕਰਨੀ ਹੈ ਜਾਂ ਕਿਸ ਤਰ੍ਹਾਂ ਦੀ ਉਹ ਸਕਿੱਲ ਜਿਹੜੀ ਹੈ ਗ੍ਰਹਿਣ ਕਰਕੇ ਉਹ ਦੇਸ਼ ਦੀ, ਕੌਮ ਦੀ, ਸਮਾਜ ਦੀ ਉਹ ਸੇਵਾ ਕਰ ਸਕਣ। ਇੱਕ ਗੱਲ ਮਨਪ੍ਰੀਤ ਮੈਂ ਤੁਹਾਡੇ ਨਾਲ ਹੋਰ ਸਾਂਝੀ ਕਰਨੀ ਚਾਹੁੰਦਾ, ਜਦੋਂ ਕਲਾਸ ਦੇ ਵਿੱਚ ਵਿਦਿਆਰਥੀ ਹੁੰਦੇ ਨੇ ਉਹ ਵਿਦਿਆਰਥੀ ਜ਼ਰੂਰੀ ਨਹੀਂ ਕਿ ਸਾਰੇ ਬਹੁਤ ਇੰਟੈਲੀਜੈਂਟ ਹੋਣ, ਪਰ ਇਹ ਵੀ ਨਹੀਂ ਕਿ ਸਾਰੇ ਇੰਟੈਲੀਜੈਂਟ ਜਿਹੜੇ ਨਹੀਂ ਹੁੰਦੇ। ਮੇਰਾ ਮਤਲਬ ਹੈ ਕਿ ਉੱਥੇ ਐਡਵਾਂਸ ਲਰਨਰ ਵੀ ਹੁੰਦੇ ਨੇ, ਉੱਥੇ ਸਲੋ ਲਰਨਰ ਵੀ ਹੁੰਦੇ ਨੇ। ਐਡਵਾਂਸ ਲਰਨਰ ਨੂੰ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਉਹ ਹੋਰ ਅਗਾਂਹ ਵੱਲ ਵਧਣ ਔਰ ਸਲੋ ਲਰਨਰਸ ਨੂੰ ਅਸੀਂ ਉਹਨਾਂ ਦੀ ਮੈਂਟਰਿੰਗ ਕਰਕੇ ਉਹਨਾਂ ਦੀਆਂ ਰੈਮੀਡੀਅਲ ਕਲਾਸਿਸ ਲਗਾ ਕੇ ਸਾਡੀ ਇਹ ਕੋਸ਼ਿਸ਼ ਹੁੰਦੀ ਹੈ ਕਿ ਉਹ ਆਪਣੇ ਮਿਸ਼ਨ ਦੇ ਵਿੱਚ ਆਪਣੇ ਨਿਸ਼ਾਨੇ ਦੇ ਉੱਤੇ ਉਹ ਠੀਕ ਪਹੁੰਚਣ। ਉਹ ਆਪਣੇ ਅਧਿਐਨ ਦੇ ਨਾਲ ਨਾਲ ਸਮਾਜ ਵੱਲ ਵੀ, ਉਹਦੀ ਸਮਾਜ ਸੇਵਾ ਵੱਲ ਵੀ, ਆਪਣੇ ਰੁਜ਼ਗਾਰ ਪ੍ਰਤੀ ਵੀ ਉਹ ਸੁਚੇਤ ਹੋ ਸਕਣ। ਸੋ ਜੇ ਅਜੋਕੀ ਵਿੱਦਿਆ ਦੀ ਗੱਲ ਕਰੀਏ ਤਾਂ ਸਾਡੀ ਜਿਹੜੀ ਐਜੂਕੇਸ਼ਨ ਸਿਸਟਮ ਹੈ ਉਹ ਬਹੁਤ ਵਿਸ਼ਾਲ ਹੋ ਚੁੱਕਿਆ। ਸੋ ਫਿਰ ਕਲਾਸਰੂਮ ਦੀ ਜਦੋਂ ਗੱਲ ਕਰਦੇ ਹਾਂ ਤਾਂ ਫਿਰ ਕਿਸ ਤਰ੍ਹਾਂ ਜਿਹੜੀ ਹੈਗੀ ਹੈ ਕਲਾਸਰੂਮ ਦੇ ਵਿੱਚ ਕਿਹੜੇ ਟੂਲਸ ਵਰਤੇ ਜਾਂਦੇ ਆ ਬੱਚਿਆਂ ਨੂੰ ਪੜ੍ਹਾਉਣ ਵਾਸਤੇ? ਮਨਪ੍ਰੀਤ, ਇਹ ਗੱਲ ਮੈਨੂੰ ਪਹਿਲਾਂ ਕਰ ਲੈਣੀ ਚਾਹੀਦੀ ਸੀ, ਖੈਰ ਮੈਂ ਹੁਣ ਤੁਹਾਡੇ ਨਾਲ ਸਾਂਝੇ ਕਰ ਰਿਹਾ। ਮੈਨੂੰ ਇਹ ਦੱਸਣ ਦੇ ਵਿੱਚ ਬਹੁਤ ਖੁਸ਼ੀ ਹੋ ਰਹੀ ਹੈ ਕਿ ਸਾਡੇ ਕੋਲੇ ICT ਕਲਾਸਰੂਮ ਤੇ ਸਮਾਰਟ ਕਲਾਸਰੂਮ ਦੀ ਗਿਣਤੀ 30 ਹੈ। ਇਸੇ ਤਰ੍ਹਾਂ ਸਾਡੇ ਕੋਲ 2 ਫਿਜ਼ਿਕਸ ਦੀਆਂ ਲੈਬਸ ਨੇ, ਇੱਕ ਕੈਮਿਸਟਰੀ ਦੀ ਲੈਬ ਹੈ, ਇੱਕ ਸਾਡੇ ਕੋਲ ਕਾਨਫਰੰਸ ਰੂਮ ਹੈ, ਸਾਡੇ ਕੋਲ ਲਾਇਬ੍ਰੇਰੀ ਹੈ, ਸਾਡੇ ਕੋਲ ਓਪਨ ਲਰਨਿੰਗ ਸੈਂਟਰ 2 ਨੇ। ਪਰ ਇਸ ਦੇ ਨਾਲ ਹੀ ਮੈਂ ਇੱਕ ਗੱਲ ਹੋਰ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਕਿ ਅਸੀਂ ਵਿਦਿਆਰਥੀਆਂ ਨੂੰ ਉਹਨਾਂ ਦੇ ਚੌਮੁਖੀ ਵਿਕਾਸ ਦੇ ਲਈ ਜਿਹੜੀ ਨਾ ਕੇਵਲ ਅੱਗੇ ਇਹ ਚੱਲਦਾ ਸੀ ਕਿ ਇੱਕ ਬਲੈਕ ਬੋਰਡ ਤੇ ਚਾਕ ਵਾਲੀ ਪੜ੍ਹਾਈ ਸੀ, ਉਸ ਦੇ ਨਾਲ ਹੁਣ ਅਸੀਂ ਜਿਹੜੇ ਸਾਡੇ ਸਮਾਰਟ ਕਲਾਸਰੂਮ ਨੇ, ਜਦੋਂ ਅਸੀਂ ਸਮਾਰਟ ਕਲਾਸਰੂਮ ਦੇ ਵਿੱਚ ਸਾਡਾ ਜਿਹੜਾ ਅਧਿਆਪਨ ਕਾਰਜ ਹੁੰਦਾ ਹੈ ਤਾਂ ਜਦੋਂ ਵਿਦਿਆਰਥੀ ਇਹ ਵੇਖਦੇ ਨੇ ਇਨਫੋਰਮੇਸ਼ਨ ਟੈਕਨੋਲੋਜੀ ਦੇ ਨਵੇਂ ਟੂਲਸ ਦੇ ਨਾਲ ਸਾਨੂੰ ਪੜ੍ਹਾਇਆ ਜਾ ਰਿਹਾ, ਸਾਨੂੰ ਸੰਸਾਰ ਦੇ ਨਾਲ ਜੋੜਿਆ ਜਾ ਰਿਹਾ ਹੈ ਔਰ ਉਹ ਆਪਣੇ ਜਿਹੜੀ ਪੈਡਾਗੋਜੀ ਹੈ ਜਿਹਦੇ ਵਿੱਚ ਸਾਡੇ ਅਧਿਆਪਕ ਜਿਹੜੇ ਨੇ ਆਪਣੀ ਇੱਕ ਭੂਮਿਕਾ ਨਿਭਾ ਰਹੇ ਨੇ। ਔਰ ਉਸ ਦੇ ਨਾਲ ਤੁਸੀਂ ਜਦੋਂ ਵੇਖਦੇ ਹੋ ਕਿ ਅਸੀਂ ਆਮ ਵੀ ਵੇਖਦੇ ਰਹੇ ਹਾਂ ਕਿ ਜਦੋਂ ਅਸੀਂ ਪਿਕਚਰ ਦੇ ਰਾਹੀਂ ਸਾਨੂੰ ਕਿਤਾਬ ਜਦੋਂ ਅਸੀਂ ਪੜ੍ਹਦੇ ਹਾਂ ਸਾਨੂੰ ਓਨੀ ਯਾਦ ਨਹੀਂ ਰਹਿੰਦੀ ਜਿਵੇਂ ਅਸੀਂ 3 ਘੰਟਿਆਂ ਦੀ ਜਦੋਂ ਫਿਲਮ ਦੇਖ ਲੈਂਦੇ ਹਾਂ ਸਾਡੇ ਦਿਮਾਗ ਤੇ ਛਪ ਜਾਂਦੀ ਹੈ। ਸੋ ਜਦੋਂ ਅਸੀਂ ਇਨਫੋਰਮੇਸ਼ਨ ਟੈਕਨੋਲੋਜੀ ਦੀਆਂ ਜਦੋਂ ਉਹ ਸਲਾਈਡਸ ਜਿਹੜੀਆਂ ਨੇ ਜਾਂ ਅਸੀਂ ਉਹਨਾਂ ਨੂੰ ਜਿਹੜੀਆਂ ਕੁਝ ਸਲਾਈਡਸ, ਕੁਝ ਐਪਸ ਦਿਖਾ ਕੇ ਉਹਨਾਂ ਦੇ ਨਾਲ ਉਹਨਾਂ ਨੂੰ ਇੱਕ ਮਿਕ ਕਰਦੇ ਆ ਜਾਂ ਕਮਿਊਨੀਕੇਸ਼ਨ ਸਕਿੱਲ ਵੀ ਉਹਨਾਂ ਨੂੰ ਸਿਖਾਉਂਦੇ ਆ ਤਾਂ ਉਹਦੇ ਨਾਲ ਬੜਾ ਪ੍ਰਭਾਵ ਪੈਂਦਾ ਔਰ ਬੱਚੇ ਜਿਹੜੇ ਨੇ ਉਹ ਸ਼ਾਰਪ ਹੋ ਕੇ ਔਰ ਬੜੇ ਤੇਜ਼ੀ ਦੇ ਨਾਲ ਜਿਹੜੀ ਉਹਨਾਂ ਦੀ ਸਿੱਖਿਆ ਉਸ ਨੂੰ ਗ੍ਰਹਿਣ ਕਰਦੇ ਨੇ। ਇੱਕ ਗੱਲ ਹੋਰ ਮਨਪ੍ਰੀਤ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਕਿ ਅਸੀਂ ਅੰਡਰ ਗ੍ਰੈਜੂਏਟ ਲੈਵਲ ਤੇ ਜਾਂ ਪੋਸਟ ਗ੍ਰੈਜੂਏਟ ਲੈਵਲ ਤੇ ਜਿਹੜੇ ਅਧਿਆਪਕ ਤੇ ਵਿਦਿਆਰਥੀ ਉਹਨਾਂ ਦਾ ਜਿਹੜਾ ਰਿਸ਼ਤਾ ਜੋੜਨ ਲਈ ਸਾਡਾ ਮੈਂਟਰਿੰਗ ਸਿਸਟਮ ਹੈ ਉਹ ਇੱਕ ਅਧਿਆਪਕ ਜਿਹੜਾ ਹੈ ਉਹ ਲਗਭਗ 19 ਵਿਦਿਆਰਥੀਆਂ ਦੇ ਨਾਲ ਜੁੜ ਕੇ ਰਹਿੰਦਾ ਹੈ ਔਰ ਉਸ ਦੇ ਨਾਲ ਉਹ ਜਿਹੜੀਆਂ ਵਿਦਿਆਰਥੀਆਂ ਦੀਆਂ ਲੋੜਾਂ ਨੇ ਉਹਨਾਂ ਨੂੰ ਵੀ ਉਹ ਦੇਖਦਾ। ਤੁਸੀਂ ਇੱਕ ਗੱਲ ਕੀਤੀ ਸੀ ਵੀ ਖੋਜ ਦੀ ਗੱਲ ਕੀਤੀ ਸੀ ਔਰ ਮੈਨੂੰ ਇਹ ਦੱਸਣ 'ਚ ਬੜੀ ਖੁਸ਼ੀ ਹੋ ਰਹੀ ਹੈ ਕਿ ਪਿਛਲੇ ਸਮੇਂ ਤੋਂ ਸਾਡੇ ਜਿਹੜੇ ਖੋਜ ਦੇ ਵਿੱਚ 2016 ਚ 17 ਚ 20 ਪਬਲਿਕ ਪੇਪਰ ਜਿਹੜੇ ਨੇ ਉਹ ਪਬਲਿਸ਼ਡ ਹੋਏ ਸੀ। 17-18 ਚ 53 ਹੋਏ, 18-19 ਚ 129 ਹੋਏ, 19-20 ਚ 90 ਹੋਏ, 21 ਚ 470 ਹੋਏ ਔਰ ਲਗਭਗ 1000 ਦੇ ਕਰੀਬ ਸਾਡੇ ਬੇਸਿਕ ਸਾਇੰਸਿਸ ਦੇ ਜਿਹੜੇ ਖੋਜ ਪੱਤਰ ਨੇ ਉਹ ਪ੍ਰਕਾਸ਼ਿਤ ਹੋ ਚੁੱਕੇ ਨੇ। ਜੇ ਮੈਂ ਪਿਛਲੇ ਸਮੇਂ ਦੇ ਵਿੱਚ ਵੀ ਗੱਲ ਕਰਾਂ ਤਾਂ ਸਾਡੇ ਜਿਹੜੇ ਵਿਦਿਆਰਥੀ ਨੇ ਔਰ ਉਹਨਾਂ ਨੇ ਬੜੀਆਂ
ਮੱਲਾਂ ਮਾਰੀਆਂ ਨੇ। ਹੁਣ ਮੈਂ ਇੱਕ ਹੋਰ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਕਿ ਹਰ ਕਾਲਜ ਦੇ ਆਪਣੇ ਐਲੂਮਨੀ ਹੁੰਦੇ ਨੇ, ਹਰ ਯੂਨੀਵਰਸਿਟੀ ਦੇ ਐਲੂਮਨੀ ਹੁੰਦੇ ਨੇ। ਸਾਡੇ ਐਲੂਮਨੀ ਦੀ ਗਿਣਤੀ ਬਹੁਤ ਹੈ, ਪਰ ਮੈਂ ਕੁਝ ਉਹਨਾਂ ਐਲੂਮਨੀ ਦੇ ਬਾਰੇ, ਕਿਉਂਕਿ ਇਹ ਆਪਣੇ ਪ੍ਰੋਗਰਾਮ ਸੰਵਾਦ ਦੀ ਇੱਕ ਸਮਾਂ ਸੀਮਾ ਵੀ ਹੈ, ਮੈਂ 2 ਵਿਦਿਆਰਥੀਆਂ ਦਾ ਜ਼ਿਕਰ ਕਰਨਾ ਜ਼ਰੂਰੀ ਸਮਝਦਾ ਕਿ ਜਿਹੜੇ ਡਾਕਟਰ ਸ਼ਿਵਾ ਸੁਬਰਾਮਨੀਅਮ ਨੇ, ਉਹ ਪ੍ਰਿਥਵੀ ਮਿਜ਼ਾਈਲ ਦੇ ਵਿੱਚ ਸੀਨੀਅਰ ਸਾਇੰਟਿਸਟ ਨੇ ਔਰ DRDO ਹੈਦਰਾਬਾਦ ਦੇ ਵਿੱਚ ਪ੍ਰੋਜੈਕਟ ਆਫੀਸਰ ਨੇ। ਉਹਨਾਂ ਨੇ ਸਾਡੇ ਕੋਲ PhD ਕੀਤੀ ਹੈ। ਇਸੇ ਤਰ੍ਹਾਂ ਡਾਕਟਰ ਪੁਰਸ਼ੋਤਮ ਲਾਲ ਨੇ ਪ੍ਰਿੰਸੀਪਲ ਟ੍ਰੇਨਿੰਗ ਇੰਸਟੀਚਿਊਟ ਪਠਾਨਕੋਟ, ਉਹਨਾਂ ਨੇ ਸਾਡੇ ਕੋਲ PhD ਕੀਤੀ। ਮੈਂ ਦੋਨਾਂ ਦਾ ਜ਼ਿਕਰ ਇਸ ਕਰਕੇ ਕਰ ਰਿਹਾ, ਡਾਕਟਰ ਪੁਰਸ਼ੋਤਮ ਲਾਲ ਨੇ ਜਿਹੜੀ PhD ਕੀਤੀ ਉਹ ਗੁਰੂ ਨਾਭਾ ਦਾਸ ਜੀ ਤੇ ਕੀਤੀ, ਔਰ ਸੰਸਾਰ ਦੇ ਵਿੱਚ ਇਹ ਸਾਡੀ ਯੂਨੀਵਰਸਿਟੀ ਪਹਿਲੀ ਯੂਨੀਵਰਸਿਟੀ ਹੈ ਤੇ ਪੁਰਸ਼ੋਤਮ ਲਾਲ ਜੀ ਪਹਿਲੇ ਵਿਅਕਤੀ ਨੇ ਜਿਨ੍ਹਾਂ ਨੇ ਗੁਰੂ ਨਾਭਾ ਦਾਸ ਜੀ ਦੇ ਉੱਤੇ PhD ਦਾ ਖੋਜ ਕਾਰਜ ਕੀਤਾ। ਔਰ ਮੈਂ ਮਨਪ੍ਰੀਤ ਇਹ ਦੱਸਣ ਦੇ ਵਿੱਚ ਵੀ ਬੜੀ ਖੁਸ਼ੀ ਲੈ ਰਿਹਾ ਕਿ ਗੁਰੂ ਨਾਭਾ ਦਾਸ ਜੀ ਦੀ ਜਿਹੜੀ ਮਹਾਨਤਾ ਨੂੰ ਔਰ ਪੰਜਾਬ ਸਰਕਾਰ ਨੇ ਵੀ ਬੜੀ ਮਾਨਤਾ ਦਿੱਤੀ ਹੈ ਕਿ ਜਿਹੜੀ ਗੁਰੂ ਨਾਭਾ ਦਾਸ ਜੀ ਦੀ ਜਿਹੜੀ ਉਹਨਾਂ ਦੇ ਜਨਮ ਦਿਨ ਦੀ ਜਿਹੜੀ ਉਹ ਮਾਨਤਾ ਹੈ, ਉਹ ਛੁੱਟੀ ਜਿਹੜੀ ਹੈ ਵੀ ਉਸ ਨੂੰ ਮਨਾਇਆ ਜਾਵੇ, ਉਹਨਾਂ ਦੀਆਂ ਸਿੱਖਿਆਵਾਂ ਤੇ ਚੱਲਿਆ ਜਾਵੇ, ਉਹਨਾਂ ਦੇ ਜਿਹੜੀਆਂ ਨੇ ਧਾਰਨਾਵਾਂ ਉਹਨਾਂ ਨੂੰ ਪ੍ਰਚਾਰਿਆ ਜਾਵੇ। ਉਸ ਦੇ ਵਿੱਚ ਡਾਕਟਰ ਪੁਰਸ਼ੋਤਮ ਲਾਲ ਜੀ ਦਾ ਬਹੁਤ ਵੱਡਾ ਰੋਲ ਹੈ। ਇਸੇ ਤਰ੍ਹਾਂ ਇੱਕ ਡਾਕਟਰ ਰਾਗਨੀ ਸ਼ਰਮਾ ਮੋਗੇ ਤੋਂ, ਉਹਨਾਂ ਨੇ ਭਾਈ ਜੈਤਾ ਜੀ ਦੇ PhD ਕੀਤੀ ਔਰ ਮੈਨੂੰ ਇਹ ਦੱਸਣ 'ਚ ਬੜੀ ਖੁਸ਼ੀ ਹੋ ਰਹੀ ਹੈ ਕਿ ਰਾਗਨੀ ਸ਼ਰਮਾ ਜੀ ਨੇ ਜਿਹੜੀ ਉਹ PhD ਕੀਤੀ ਉਹ ਆਪਣੇ ਆਪ 'ਚ ਇੰਨੀ ਵਿਲੱਖਣ ਸੀ। ਇਹ ਦੋਨੇ PhDਆਂ ਡਾਕਟਰ ਦਲਜੀਤ ਕੌਰ ਦੀ ਨਿਗਰਾਨੀ ਦੇ ਅਧੀਨ ਹੋਈਆਂ। ਜਿਹੜੇ ਡਾਕਟਰ ਸ਼ਿਵਾ ਜੀ ਦੇ ਉਹ ਡਾਕਟਰ RK ਗੁਪਤਾ ਜੀ ਦੀ ਨਿਗਰਾਨੀ ਅਧੀਨ PhD ਹੋਈ, ਔਰ ਜਿਹੜੀ ਰਾਗਨੀ ਸ਼ਰਮਾ ਨੂੰ ਉਹਨਾਂ ਦੇ PhD ਦੇ ਖੋਜ ਕਾਰਜ ਨੂੰ ਬਹੁਤ ਸਾਰੀਆਂ ਥਾਵਾਂ ਤੇ ਸਲਾਹਿਆ ਵੀ ਗਿਆ ਔਰ ਉਹਨਾਂ ਦਾ ਕਈ ਥਾਵਾਂ ਤੇ ਮਾਨ ਸਨਮਾਨ ਵੀ ਹੋਇਆ। ਔਰ ਉਹਨਾਂ ਦੀ ਭਾਈ ਜੈਤਾ ਜੀ ਦੀ ਜਿਹੜੀ ਖੋਜ ਹੈ ਉਸ ਨੂੰ ਪ੍ਰਚਾਰਨ ਦੇ ਵਿੱਚ ਵੀ ਉਹਨਾਂ ਨੇ ਵੱਡੀ ਭੂਮਿਕਾ ਨਿਭਾਈ ਹੈ। ਹੋਰ ਵੀ ਬਹੁਤ ਸਾਰੇ ਨੇ ਖੋਜਾਰਥੀ ਜਿਨ੍ਹਾਂ ਦੀ ਗੱਲ ਕੀਤੀ ਜਾ ਸਕਦੀ। ਡਾਕਟਰ ਬਣ ਕੇ ਉਹਨਾਂ ਨੇ ਕਾਲਜ ਦੇ ਜਾਂ ਸਕੂਲਾਂ, ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਜਾਂ ਉੱਚ ਪਦਵੀਆਂ ਜਿਹੜੀਆਂ ਗ੍ਰਹਿਣ ਕੀਤੀਆਂ ਨੇ ਉਹਨਾਂ ਦੇ ਨਾਂ ਲਏ ਜਾ ਸਕਦੇ ਆ, ਪਰ ਸਾਡੇ ਕੋਲੇ ਇਹ ਜਿਹੜੀ ਸਮੇਂ ਦੀ ਸੀਮਾ ਹੈ ਉਸ ਕਰਕੇ ਮੈਂ ਬਹੁਤ ਹੀ ਡਿਟੇਲ 'ਚ ਨਹੀਂ ਜਾਂਦਾ। ਸਾਡੀਆਂ ਜਿਹੜੀਆਂ ਅਕਾਦਮਿਕ ਐਕਟੀਵਿਟੀਜ਼ ਵੀ ਨੇ ਕਿ ਅਸੀਂ ਕੋਈ ਵੀ ਜਿਹੜਾ ਦਿਨ ਹੈ ਉਸ ਪ੍ਰਤੀ ਅਸੀਂ ਵਿਦਿਆਰਥੀਆਂ ਨੂੰ ਸੁਚੇਤ ਨਾ ਕਰੀਏ, ਚਾਹੇ ਭਗਤ ਸਿੰਘ ਜੀ ਦਾ ਸ਼ਹੀਦੀ ਦਿਵਸ ਹੋਵੇ, ਚਾਹੇ ਹਿੰਦੀ ਦਿਵਸ ਹੋਵੇ, ਚਾਹੇ ਪੰਜਾਬੀ ਭਾਸ਼ਾ ਦਿਵਸ ਹੋਵੇ, ਜਾਂ ਸਾਡੀਆਂ ਜਿਹੜੀਆਂ ਹੋਰ ਜਿਹੜੇ ਬਾਲਮੀਕ ਦੇ ਜਿਹੜੇ ਉਹਦੇ ਉੱਤੇ ਵੀ ਅਸੀਂ ਇੱਕ ਸੈਮੀਨਾਰ ਕੀਤਾ। ਅਸੀਂ ਪਿਛਲੇ ਸਮੇਂ 'ਚ ਇੰਟਰਨੈਸ਼ਨਲ ਸੈਮੀਨਾਰ ਵੀ ਕਰਦੇ ਰਹੇ। ਇਸੇ ਸੰਡੇ ਮੈਂ ਪੰਜਾਬੀ ਜਗ ਸਭਾ ਦੀ ਇੱਕ ਕਾਨਫਰੰਸ ਸੀ, ਉਹਦੇ ਵਿੱਚ ਵੀ ਇੱਕ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਬੋਲਿਆ ਤੇ ਵਿਦਿਆਰਥੀਆਂ ਦੇ ਵਿਕਾਸ ਦੇ ਲਈ ਸਾਇੰਸ ਕੁਇਜ਼ ਕਰਾਉਂਦੇ ਆ, ਜਾਂ ਜਿਹੜੇ ਸਾਇੰਸ ਦੇ ਡੇ ਨੇ ਜਿਵੇਂ ਪਾਈ ਡੇ, ਇਸ ਤਰ੍ਹਾਂ ਦੇ ਦਿਨ ਮਨਾਉਂਦੇ ਆ, ਜਾਂ ਤੀਆਂ, ਜਾਂ ਉਹ ਸੈਲੀਬ੍ਰੇਸ਼ਨ ਵੀ ਕਰਦੇ ਆ। ਵਾਤਾਵਰਨ ਦੇ ਸੁਧਾਰ ਦੇ ਲਈ ਅਸੀਂ ਪਲਾਂਟੇਸ਼ਨ ਕਰਦੇ ਆ। ਵਿਦਿਆਰਥੀਆਂ ਦੇ ਵਿਕਾਸ ਲਈ ਪੋਸਟਰ ਐਕਟੀਵਿਟੀਜ਼ ਜਾਂ ਕਲਚਰਲ ਐਕਟੀਵਿਟੀਜ਼ ਅਸੀਂ ਜਿਹੜੀਆਂ ਕਰਦੇ ਆ। ਇਸ ਦੇ ਨਾਲ ਨਾਲ ਮੈਂ ਇੱਕ ਗੱਲ ਹੋਰ ਵੀ ਜਿਹੜੀ ਸਾਂਝੀ ਕਰਨੀ ਚਾਹੁੰਦਾ ਹਾਂ, ਉਹ ਇਹ ਹੈ ਕਿ ਐਕਟੀਵਿਟੀਜ਼ ਹੁੰਦੀਆਂ ਨੇ ਪਰ ਅਸੀਂ ਸਮਾਜ ਨਾਲ ਜੁੜ ਕੇ ਜਿਹੜੀਆਂ ਉਹ ਐਕਟੀਵਿਟੀਜ਼ ਜਿਹੜੀਆਂ ਬਹੁਤੀਆਂ ਵੀ ਕਰਦੇ ਆ। ਜਿਸ ਤਰ੍ਹਾਂ ਕਿ ਜਦੋਂ ਕੋਵਿਡ ਦਾ ਸਮਾਂ ਸੀ ਤੇ ਸਾਡੇ ਧਰਮ ਅਧਿਐਨ ਵਿਭਾਗ ਦੇ ਮੁਖੀ ਡਾਕਟਰ ਗੁਰਜੀਤ ਸਿੰਘ ਜੀ ਨੇ, ਜਾਂ ਮਿਊਜ਼ਿਕ ਵਿਭਾਗ ਦੇ ਸਾਡਾ ਜਿਹੜਾ ਮੁਖੀ ਸੀ ਪ੍ਰੋਫੈਸਰ ਜਸਪਾਲ ਸਿੰਘ ਨੇ, ਇਹਨਾਂ ਨੇ ਕੋਵਿਡ ਦੇ ਦੌਰਾਨ ਜਿਹੜੇ ਲੋਕਾਂ ਦੇ ਵਿੱਚ ਉਹ ਮਾਸਕ ਵੰਡੇ, ਉਹਨਾਂ ਨੇ ਜਿਹੜੇ ਸਲਮ ਏਰੀਆਜ਼ ਦੇ ਵਿੱਚ ਜਾ ਕੇ ਉੱਥੇ ਉਹਨਾਂ ਦੇ ਭੋਜਨ ਦਾ ਇੰਤਜ਼ਾਮ ਕੀਤਾ, ਕੱਪੜਿਆਂ ਦਾ ਇੰਤਜ਼ਾਮ ਕੀਤਾ। ਔਰ ਜਦੋਂ ਕਿ ਇੱਕ ਬੰਦਾ ਦੂਜੇ ਨਾਲ ਉਸ ਵੇਲੇ ਗੱਲ ਕਰਨੀ ਵੀ ਜਿਹੜਾ ਉਹ ਗੁਰੇਜ਼ ਕਰਦਾ ਸੀ, ਤਾਂ ਇਹਨਾਂ ਨੇ ਵੀ ਜਿਹੜੀ ਹੈ ਆਪਣੇ ਤਨੋਂ ਮਨੋਂ ਈਵਨ ਧਨੋਂ ਵੀ ਔਰ ਉਹਨਾਂ ਲੋਕਾਂ ਦੀ ਮਦਦ ਕੀਤੀ, ਉਹਨਾਂ ਲੋਕਾਂ ਦਾ ਸਹਾਰਾ ਬਣਿਆ। ਤੇ ਉਹ ਲੋਕ ਅੱਜ ਵੀ ਗੁਰਕਾਸ਼ੀ ਯੂਨੀਵਰਸਿਟੀ ਨੂੰ ਯਾਦ ਕਰਦੇ ਨੇ ਕਿ ਇਹਨਾਂ ਲੋਕਾਂ ਨੇ ਸਾਡੀ ਬੜੇ ਔਖੇ ਵੇਲੇ ਬਾਂਹ ਫੜੀ ਸੀ
ਤੇ ਗਾਹੇ ਵਗਾਹੇ ਮਿਲਣ ਵੀ ਆ ਜਾਂਦੇ ਨੇ। ਡਾਕਟਰ ਸਤਨਾਮ ਸਿੰਘ ਜੱਸਲ ਜੀ, ਤੁਹਾਡਾ ਬਹੁਤ-ਬਹੁਤ ਧੰਨਵਾਦ। ਤੁਸੀਂ ਪ੍ਰੋਗਰਾਮ ਸੰਵਾਦ ਦੇ ਵਿੱਚ ਯੂਨੀਵਰਸਿਟੀ ਦੇ ਵਿੱਚ ਕਰਾਏ ਜਾਂਦੇ ਕੋਰਸ ਤੇ ਵਿੱਦਿਆ ਦੇ ਨਾਲ ਜੁੜੇ ਹੋਰ ਬਹੁਤ ਸਾਰੇ ਤੱਥਾਂ ਤੋਂ ਸਾਨੂੰ ਜਾਣੂ ਕਰਵਾਇਆ। ਸੋ ਬਹੁਤ-ਬਹੁਤ ਧੰਨਵਾਦ। ਬਹੁਤ-ਬਹੁਤ ਧੰਨਵਾਦ ਮਨਪ੍ਰੀਤ ਬੇਟਾ, ਤੁਹਾਡਾ ਵੀ, ਲਵਲੀਨ ਜੀ ਦਾ ਵੀ। ਔਰ ਮੈਨੂੰ ਇਸ ਗੱਲ ਦੀ ਵੀ ਖੁਸ਼ੀ ਹੈ, ਸਾਡਾ ਜਿਹੜਾ ਗੁਰਕਾਸ਼ੀ ਯੂਨੀਵਰਸਿਟੀ ਦਾ FM ਵਿਭਾਗ ਹੈ, ਰੇਡੀਓ ਹੈ, ਇਹ ਵੀ ਲੋਕਾਂ ਦੀ ਸੇਵਾ, ਲੋਕਾਂ ਨੂੰ ਜਾਗਰਤ ਕਰਨ ਦੇ ਲਈ ਇੱਕ ਸੁਚੇਤ ਉਸਾਰੂ ਭੂਮਿਕਾ ਨਿਭਾ ਰਿਹਾ ਹੈ। ਇਸ ਪੱਖੋਂ ਵੀ ਤੁਹਾਨੂੰ ਬੇਟਾ ਬਹੁਤ-ਬਹੁਤ ਮੁਬਾਰਕ ਜੀ। ਥੈਂਕ ਯੂ ਸਰ। ਔਰ ਇਸ ਦੇ ਨਾਲ ਹੀ ਮੈਨੂੰ ਮਨਪ੍ਰੀਤ ਬਰਾੜ ਨੂੰ ਪ੍ਰੋਗਰਾਮ ਸੰਵਾਦ ਸਮਾਪਤ ਕਰਨ ਦੀ ਦਿਓ ਇਜਾਜ਼ਤ।